हाँ जी दोस्तों, वेलकम। स्वागत है ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਰਾਹੀਂ PSPCL ਦੇ ਵੱਲੋਂ ਨਵੀਆਂ ਅਸਾਮੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਆਈ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਅਸਿਸਟੈਂਟ ਇੰਜੀਨੀਅਰ ਔਨ ਟ੍ਰੇਨਿੰਗ ਇਲੈਕਟ੍ਰੀਕਲ ਤੇ ਅਸਿਸਟੈਂਟ ਇੰਜੀਨੀਅਰ ਔਨ ਟ੍ਰੇਨਿੰਗ ਸਿਵਲ ਬ੍ਰਾਂਚ ਦੇ ਜਿਹੜੇ ਕੈਂਡੀਡੇਟਸ ਦੇ ਲਈ ਅਸਾਮੀਆਂ, ਇਹਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ। ਕਿਹੜੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ, ਮੁੱਢਲੀ ਜਾਣਕਾਰੀ ਤੋਂ ਇਲਾਵਾ ਅਸਾਮੀਆਂ ਦੀ ਕੁੱਲ ਗਿਣਤੀ ਕਿੰਨੀ ਹੈ, ਕੈਟੇਗਰੀ ਵਾਈਜ਼ ਅਸਾਮੀਆਂ ਦੀ ਵੰਡ ਕੀ ਹੈ, ਪੇ ਸਕੇਲ, ਵਿਦਿਅਕ ਯੋਗਤਾ ਕੀ ਚਾਹੀਦੀ ਹੈ, ਪੰਜਾਬੀ ਦੇ ਗਿਆਨ ਬਾਰੇ ਕੀ ਸ਼ਰਤ ਹੈ, ਉਮਰ ਹੱਦ, ਰਾਖਵਾਂਕਰਨ ਬਾਰੇ, ਚੋਣ ਵਿਧੀ ਕੀ ਹੈ, ਸਿਲੈਕਸ਼ਨ ਪ੍ਰੋਸੀਜਰ ਕੀ ਹੈ, ਇਸ ਦਾ ਅਪਲਾਈ ਕਿਵੇਂ ਕਰਨਾ ਹੈ, ਔਰ ਫੀਸ ਦੇ ਵੇਰਵੇ, ਕਿੰਨੀ ਫੀਸ ਕਿਹੜੀ ਕੈਟੇਗਰੀ ਲਈ ਹੋਏਗੀ, ਆਖਰੀ ਮਿਤੀ ਕੀ ਹੈ, ਹੈਲਪ ਡੈਸਕ ਤੁਹਾਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ ਆਨਲਾਈਨ ਐਪਲੀਕੇਸ਼ਨ ਅਪਲਾਈ ਕਰਨ ਦੇ ਲਈ ਤਾਂ ਉਹਦੇ ਲਈ ਹੈਲਪ ਡੈਸਕ ਦੱਸਾਂਗੇ। ਮਹੱਤਵਪੂਰਨ ਨੋਟ ਤੁਹਾਡੇ ਲਈ। ਸੋ ਇਹ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀਂ ਪੂਰੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ। ਸਟੇ ਕਨੈਕਟਡ, ਸਟੇ ਅਪਡੇਟਡ, ਜੁੜੇ ਰਹੋ ਇਸ ਚੈਨਲ ਨਾਲ ਔਰ ਅਪਡੇਟ ਰਹੋ। ਮੁੱਢਲੀ ਜਾਣਕਾਰੀ ਵਿੱਚ ਤੁਹਾਨੂੰ ਦੱਸ ਦਈਏ ਕਿ PSPCL ਪੰਜਾਬ ਸਰਕਾਰ ਦੀ ਇੱਕ ਪਾਵਰ ਜਨਰੇਸ਼ਨ ਅਤੇ ਡਿਸਟ੍ਰੀਬਿਊਸ਼ਨ ਕੰਪਨੀ ਹੈ। ਮਿਤੀ 3/7/23 ਨੂੰ PSPCL ਵੱਲੋਂ AE ਇਲੈਕਟ੍ਰੀਕਲ ਐਂਡ ਸਿਵਲ ਦੀਆਂ ਪੋਸਟਾਂ ਜਿਹੜੀਆਂ ਅਸਾਮੀਆਂ ਭਰਨ ਦੇ ਹਿੱਤ ਇੱਕ ਵਿਗਿਆਪਨ CRA 300/23 ਜਾਰੀ ਕੀਤਾ ਗਿਆ ਹੈ। ਸੋ ਇਹਨਾਂ ਅਸਾਮੀਆਂ ਦੀ ਪੂਰੀ ਜਾਣਕਾਰੀ ਇਸ ਦੇ ਨਾਲ ਸੰਬੰਧਿਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਅਸਾਮੀਆਂ ਦੀ ਕੁੱਲ ਗਿਣਤੀ ਤੁਹਾਨੂੰ ਦੱਸਦੀ ਹੈ ਕਿ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਕੁੱਲ ਪੋਸਟਾਂ ਜਿਹੜੀਆਂ 125 ਪੋਸਟਾਂ ਭਰੀਆਂ ਜਾਣੀਆਂ, ਔਰ ਅਸਿਸਟੈਂਟ ਇੰਜੀਨੀਅਰ OT ਸਿਵਲ ਬ੍ਰਾਂਚ ਦੇ ਲਈ ਟੋਟਲ AE ਦੀਆਂ ਪੋਸਟਾਂ ਜਿਹੜੀਆਂ 14 ਪੋਸਟਾਂ ਨੇ। ਸੋ ਇਹਨਾਂ ਦੀ ਵੰਡ ਹੈ ਜਿਹੜੀ ਕੈਟੇਗਰੀ ਵਾਈਜ਼ ਉਹ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਹੀ ਹੋਣੀ ਹੈ। ਟੋਟਲ ਜਿਹੜੀਆਂ AE ਇਲੈਕਟ੍ਰੀਕਲ ਦੀਆਂ ਪੋਸਟਾਂ ਉਹਦੇ ਵਿੱਚੋਂ ਜਨਰਲ ਜਿਹੜੀ ਵੈਕੈਂਸੀ ਹੈ ਉਹ 28 ਹੈ। ਇੱਥੇ ਚਾਰਟ ਤੁਸੀਂ ਵੇਖ ਰਹੇ ਹੋਵੋਗੇ। ਇਸ ਦਾ ਜਿਹੜਾ ਨੋਟੀਫਿਕੇਸ਼ਨ ਹੈ, ਇਹਦਾ ਜਿਹੜੀ ਐਡਵਰਟਾਈਜ਼ਮੈਂਟ ਹੈ ਡਿਟੇਲਡ, ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ। ਉਹਦੇ 'ਚੋਂ ਤੁਸੀਂ ਪੂਰੀਆਂ ਹਦਾਇਤਾਂ, ਸਾਰੀਆਂ ਇੰਸਟਰਕਸ਼ਨਸ ਡਿਟੇਲ ਦੇ ਵਿੱਚ ਜ਼ਰੂਰ ਪੜ੍ਹ ਲੈਣਾ। AE ਇਲੈਕਟ੍ਰੀਕਲ ਦੇ ਲਈ ਟੋਟਲ ਜਨਰਲ ਦੀਆਂ ਜਿਹੜੀਆਂ ਵੈਕੈਂਸੀਆਂ 28 ਹੈ, ਔਰ ਜਨਰਲ EWS ਇਕਨੋਮਿਕਲੀ ਵੀਕਰ ਸੈਕਸ਼ਨ ਦੀਆਂ 11 ਅਸਾਮੀਆਂ, SC MB 11 ਅਸਾਮੀਆਂ, SC MB ਐਕਸ ਸਰਵਿਸਮੈਨ ਸੈਲਫ ਜਾਂ ਡਿਪੈਂਡੈਂਟ 2 ਅਸਾਮੀਆਂ, SC MB SP 1 ਅਸਾਮੀ, SC OT 11 ਅਸਾਮੀਆਂ, ਔਰ SC OT ਐਕਸ ਸਰਵਿਸਮੈਨ ਸੈਲਫ ਜਾਂ ਡਿਪੈਂਡੈਂਟ 2 ਅਸਾਮੀਆਂ। ਇਸੇ ਤਰ੍ਹਾਂ BC ਕੈਟੇਗਰੀ ਦੇ ਵਿੱਚ ਟੋਟਲ BC ਕੈਟੇਗਰੀ ਦੀਆਂ 10 ਅਸਾਮੀਆਂ, BC ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ 3 ਅਸਾਮੀਆਂ, ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ 7 ਅਸਾਮੀਆਂ, PWD ਦੇ ਵਿੱਚ ਡੀਫੈਂਡ HH ਹਾਰਡ ਹੀਅਰਿੰਗ ਦੀ ਕੈਟੇਗਰੀ ਦੇ ਵਿੱਚ 2 ਅਸਾਮੀਆਂ, ਲੋਕੋਮੋਟਰ ਡਿਸੇਬਿਲਿਟੀ ਦੇ ਕੈਂਡੀਡੇਟਸ ਲਈ 1 ਅਸਾਮੀ, ਇੰਟਲੈਕਚੁਅਲ ਡਿਸੇਬਿਲਿਟੀ ਐਂਡ MI ਔਰ ਮਲਟੀਪਲ ਡਿਸੇਬਿਲਿਟੀ ਦੇ ਲਈ 1 ਅਸਾਮੀ। ਇਸੇ ਤਰ੍ਹਾਂ SPG 2 ਅਸਾਮੀਆਂ, FF ਕੈਟੇਗਰੀ ਦੇ ਲਈ 1 ਅਸਾਮੀ, ਔਰ ਸਬ ਟੋਟਲ ਇਹਨਾਂ ਦਾ ਬਣਦਾ 93 ਪੋਸਟਾਂ ਜਿਹੜੀਆਂ ਹੈ ਵੈਕੈਂਸੀਆਂ। ਟੋਟਲ ਇਹਦੇ ਵਿੱਚ AE ਇਲੈਕਟ੍ਰੀਕਲ ਦੀਆਂ ਬੈਕਲੌਗ ਵੈਕੈਂਸੀਜ਼ ਨੇ ਜਿਹੜੀਆਂ ਉਹ BC ਕੈਟੇਗਰੀ ਲਈ 4 ਪੋਸਟਾਂ, ਔਰ BC ਤੋਂ ਬਾਅਦ ਐਕਸ ਸਰਵਿਸਮੈਨ 12 ਪੋਸਟਾਂ, ਡੀਫੈਂਡ HH 5 ਪੋਸਟਾਂ, ਲੋਕੋਮੋਟਰ ਡਿਸੇਬਿਲਿਟੀ 4 ਪੋਸਟਾਂ, ਔਰ SPG 6 ਪੋਸਟਾਂ, ਔਰ FF ਕੈਟੇਗਰੀ ਦੇ ਲਈ 1 ਪੋਸਟ, ਤੇ ਟੋਟਲ 32 ਪੋਸਟਾਂ ਜਿਹੜੀਆਂ ਉਹ ਬੈਕਲੌਗ ਜਿਹੜੀਆਂ ਕੈਟੇਗਰੀ ਦੀਆਂ ਅਸਾਮੀਆਂ ਨੇ। ਇਸੇ ਤਰ੍ਹਾਂ ਇਹਦੇ 'ਚੋਂ ਜਿਹੜੀਆਂ ਰਿਜ਼ਰਵਡ ਨੇ ਵੂਮੈਨ ਦੇ ਲਈ 28 ਦੇ ਵਿੱਚੋਂ ਜਨਰਲ ਦੇ ਵਿੱਚ 7 ਜਿਹੜੀਆਂ ਪੋਸਟਾਂ ਵੂਮੈਨ ਦੇ ਲਈ, ਔਰਤਾਂ ਦੇ ਲਈ ਰਾਖਵੀਆਂ ਨੇ। ਇਕਨੋਮਿਕਲੀ ਵੀਕਰ ਸੈਕਸ਼ਨ ਜਨਰਲਸ 11 ਦੇ ਵਿੱਚੋਂ 3 ਪੋਸਟਾਂ। ਸੋ ਸਾਰੀ ਕੈਟੇਗਰੀਜ਼ ਦੇ ਵਿੱਚ ਇੱਥੇ ਚਾਰਟ ਦੇ ਵਿੱਚ ਦਿੱਤੀਆਂ। ਟੋਟਲ 125 ਦੇ ਵਿੱਚੋਂ 30 ਪੋਸਟਾਂ ਜਿਹੜੀਆਂ ਉਹ ਕੈਟੇਗਰੀ ਵਾਈਜ਼ ਔਰਤਾਂ ਦੇ ਲਈ ਰਿਜ਼ਰਵ ਹੈ, ਜਿਹਦੇ ਵਿੱਚੋਂ 6 SC OT, ਔਰ 4 ਪੋਸਟਾਂ BC ਕੈਟੇਗਰੀ ਦੇ ਲਈ, 4 ਪੋਸਟਾਂ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, ਡੀਫੈਂਡ HH ਕੈਟੇਗਰੀ ਲਈ 1, ਔਰ ਲੋਕੋਮੋਟਰ ਡਿਸੇਬਿਲਿਟੀ ਲਈ 1, ਔਰ SPG ਕੈਟੇਗਰੀ ਲਈ 1 ਪੋਸਟ, ਤੇ ਟੋਟਲ 30 ਪੋਸਟਾਂ ਜਿਹੜੀਆਂ ਔਰਤਾਂ ਦੀਆਂ ਰਾਖਵੀਆਂ। AE OT ਸਿਵਲ ਦੀਆਂ ਪੋਸਟਾਂ ਜਿਹੜੀਆਂ ਉਹ ਟੋਟਲ 5 ਵੈਕੈਂਸੀਆਂ ਜਿਹੜੀਆਂ ਜਨਰਲ ਦੀਆਂ, ਔਰ 1 ਪੋਸਟ ਹੈ ਜਿਹੜੀ ਜਨਰਲ ਇਕਨੋਮਿਕਲੀ ਵੀਕਰ ਸੈਕਸ਼ਨ EWS, 2 ਪੋਸਟਾਂ SC MB, 1 ਪੋਸਟ SC OT, 2 ਪੋਸਟਾਂ BC, 2 ਪੋਸਟਾਂ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, ਡੀਫੈਂਡ HH 1 ਪੋਸਟ, ਅਤੇ ਇਸ ਤਰ੍ਹਾਂ ਇਹ 14 ਪੋਸਟਾਂ ਜਿਹੜੀਆਂ ਟੋਟਲ ਸਿਵਲ ਬ੍ਰਾਂਚ ਦੇ ਵਿੱਚ ਹੈ AE ਸਿਵਲ ਦੇ ਲਈ। ਬੈਕਲੌਗ ਵੈਕੈਂਸੀ ਕੋਈ ਨਹੀਂ ਇਹਦੇ 'ਚ, ਔਰ ਆਊਟ ਆਫ ਅਬਵ ਵੈਕੈਂਸੀ ਰਿਜ਼ਰਵਡ ਫॉर ਵੂਮੈਨ 5 ਕੈਟੇਗਰੀ ਦੇ ਵਿੱਚੋਂ 5 ਪੋਸਟਾਂ ਦੇ ਵਿੱਚੋਂ 2 ਪੋਸਟਾਂ ਜਨਰਲ ਦੀਆਂ, ਔਰ 1 ਪੋਸਟ ਹੈ ਜਿਹੜੀ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਹੈ, 1 ਪੋਸਟ SC MB ਦੀ ਰਿਜ਼ਰਵ ਹੈ ਔਰਤਾਂ ਦੇ ਲਈ, SC OT ਦੇ ਲਈ 1 ਪੋਸਟ ਹੈ, ਔਰ BC ਕੈਟੇਗਰੀ ਦੇ ਵਿੱਚ 1 ਪੋਸਟ ਔਰਤ ਲਈ ਰਿਜ਼ਰਵ ਹੈ, 1 ਪੋਸਟ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ ਦੇ ਵਿੱਚ ਹੈ। ਟੋਟਲ 7 ਪੋਸਟਾਂ ਜਿਹੜੀਆਂ ਉਹ ਔਰਤਾਂ ਦੇ ਲਈ ਰਿਜ਼ਰਵ ਨੇ ਸਿਵਲ AE ਦੇ ਲਈ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ
ਇਹ ਜਿਹੜੀਆਂ ਐਬਰੀਵੇਸ਼ਨਸ ਯੂਜ਼ ਕੀਤੀਆਂ GEN ਜਨਰਲ, GEN EWS ਇਕਨੋਮਿਕਲੀ ਵੀਕਰ ਸੈਕਸ਼ਨ, SC ਸ਼ਡਿਊਲਡ ਕਾਸਟ, SCMB ਸ਼ਡਿਊਲਡ ਕਾਸਟ ਮਜਵੀ ਵਾਲਮੀਕੀ, ਔਰ ਉਸ ਤੋਂ ਬਾਅਦ SCMB SM ਸੈਲਫ ਡਿਪੈਂਡੈਂਟ ਸ਼ਡਿਊਲਡ ਕਾਸਟ ਮਜਵੀ ਵਾਲਮੀਕੀ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, SCMB SP ਸ਼ਡਿਊਲਡ ਕਾਸਟ ਮਜਵੀ ਵਾਲਮੀਕੀ ਸਪੋਰਟਸ ਪਰਸਨ, SCOT ਸ਼ਡਿਊਲਡ ਕਾਸਟ ਜਾਂ ਅਦਰਸ, SCOT ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ ਸ਼ਡਿਊਲਡ ਕਾਸਟ ਅਦਰਸ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, BC ਇਹਦਾ ਮਤਲਬ ਹੈ ਬੈਕਵਰਡ ਕਲਾਸ, BC ਐਕਸ ਸਰਵਿਸਮੈਨ ਬੈਕਵਰਡ ਕਲਾਸ ਦੇ ਵਿੱਚ ਐਕਸ ਸਰਵਿਸਮੈਨ ਸੈਲਫ ਹੋਵੇ ਜਾਂ ਡਿਪੈਂਡੈਂਟ ਉਹਨਾਂ ਦਾ, ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, PWD ਮੀਨਸ ਪਰਸਨ ਵਿਦ ਡਿਸੇਬਿਲਿਟੀ, DEAF and HH DEAF and hard hearing, SP means sports person, FF means freedom fighter and MI means mental illness। ਸੋ ਇਹ ਕੈਟੇਗਰੀ ਵਾਈਜ਼ ਇਹਨਾਂ ਦੀਆਂ ਐਬਰੀਵੇਸ਼ਨਸ ਨੇ, ਤੁਸੀਂ ਸਕਰੀਨਸ਼ਾਟ ਵੀ ਇਸ ਦਾ ਲੈ ਸਕਦੇ ਹੋ ਔਰ ਇਹ ਚਾਰਟ ਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ। ਅਦਰਵਾਈਜ਼ ਤੁਸੀਂ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦੇ 'ਚੋਂ ਜਿਹੜੀ ਐਡਵਰਟਾਈਜ਼ਮੈਂਟ ਹੈ ਪੂਰੀ ਡਿਟੇਲਡ ਐਡਵਰਟਾਈਜ਼ਮੈਂਟ PSPCL ਦੀ, ਉਹ ਤੁਸੀਂ ਲਿੰਕ ਤੋਂ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। ਪੇ ਸਕੇਲ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਿਹੜਾ ਸੰਬੰਧਿਤ ਪੱਤਰ ਜਾਰੀ ਕੀਤਾ ਗਿਆ 17/7/2020 ਨੂੰ, ਇਹਨਾਂ ਹਦਾਇਤਾਂ ਦੇ ਅਨੁਸਾਰ ਜਿਹੜਾ ਇਹਨਾਂ ਪੋਸਟਾਂ 'ਤੇ ਪੇ ਸਕੇਲ ਲਾਗੂ ਹੋਵੇਗਾ। ਮਤਲਬ ਪ੍ਰਵੇਸ਼ਨ ਦੇ ਪੀਰੀਅਡ ਦੇ ਵਿੱਚ ਤੁਹਾਨੂੰ ਕੋਈ ਇੰਕਰੀਮੈਂਟ ਜਾਂ DA ਵਗੈਰਾ ਨਹੀਂ ਮਿਲੇਗਾ। ਬੇਸਿਕ ਪੇ ਜੋ ਵੀ ਇਹਦੇ 'ਚ ਇੰਸਟਰਕਸ਼ਨਸ ਨੇ ਉਹ ਓਨੀ ਤਨਖਾਹ ਮਿਲਣੀ ਆ, ਔਰ ਇਸ ਨਾਲ ਸੰਬੰਧਿਤ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜੋ ਕੋਈ ਸਪਸ਼ਟੀਕਰਨ ਜਾਂ ਸੋਧ ਹੋਵੇਗੀ ਉਹ ਲਾਗੂ ਹੋਵੇਗਾ। ਸੋ ਇਹਦੇ ਅਨੁਸਾਰ ਤੁਹਾਨੂੰ ਪੇ ਸਕੇਲ ਲਾਗੂ ਹੋਵੇਗਾ। ਵਿਦਿਅਕ ਯੋਗਤਾ ਦੀ ਗੱਲ ਕਰੀਏ ਜਾਂ ਪੰਜਾਬੀ ਗਿਆਨ ਉਮਰ ਮਾਪਦੰਡ, ਇਹਦੇ 'ਚ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਹੈ ਉਹ ਇਹ ਹੈ ਕਿ ਗੇਟ ਬੇਸਡ ਇਹ ਤੁਹਾਨੂੰ ਜਿਹੜੀ ਰਿਕਰੂਟਮੈਂਟ ਹੋਣੀ ਹੈ। ਗੇਟ 2023 ਦੀ ਪ੍ਰੀਖਿਆ ਦੇ ਵਿੱਚੋਂ ਕੁੱਲ 100 ਅੰਕਾਂ ਦੇ ਵਿੱਚੋਂ PSPCL ਦੇ ਵੱਲੋਂ ਨਿਰਧਾਰਤ ਕੁਆਲੀਫਾਈਂਗ ਮਾਰਕਸ ਨੇ ਜਿਹੜੇ ਘੱਟੋ ਘੱਟ ਯੋਗਤਾ ਅੰਕ ਉਹ ਨਿਰਧਾਰਤ ਕੀਤੇ ਗਏ ਨੇ। ਨੀਚੇ ਚਾਰਟ ਤੋਂ ਤੁਸੀਂ ਦੇਖ ਸਕਦੇ ਹੋ। ਸੋ ਘੱਟੋ ਘੱਟ ਇੰਨੇ ਅੰਕ ਜਿਨ੍ਹਾਂ ਦੇ ਗੇਟ 2023 ਦੇ ਵਿੱਚੋਂ ਨੇ ਉਹ ਅਪਲਾਈ ਕਰਨ ਦੇ ਯੋਗ ਨੇ ਉਮੀਦਵਾਰ। ਜਿਵੇਂ ਇੱਥੇ AEOT ਇਲੈਕਟ੍ਰੀਕਲ ਦੇ ਵਿੱਚ ਜਨਰਲ ਕੈਟੇਗਰੀ ਦੇ ਲਈ ਘੱਟੋ ਘੱਟ ਜਿਹੜੇ ਗੇਟ ਦੇ ਵਿੱਚੋਂ ਅੰਕ ਹੈ 25, ਔਰ ਬਾਕੀ ਜਿਹੜੀਆਂ ਕੈਟੇਗਰੀਆਂ ਜਨਰਲ EWS ਐਕਸ ਸਰਵਿਸਮੈਨ BC ਸਪੋਰਟਸ ਔਰ ਫਰੀडम ਫਾਈਟਰ ਇਹਨਾਂ ਦੇ ਹੈ 22.5 22.5 ਮਾਰਕਸ ਜਿਹੜੇ ਹੋਣੇ ਜ਼ਰੂਰੀ ਹੈ। SC ਕੈਟੇਗਰੀ ਅਤੇ PWD ਕੈਟੇਗਰੀ ਲਈ 16.6 16.6 ਮਾਰਕਸ ਜਿਹੜੇ ਸਕੋਰ ਹੈ ਗੇਟ ਦਾ ਹੋਣਾ ਚਾਹੀਦਾ 2023 ਦਾ। AEOT ਸਿਵਲ ਦੇ ਲਈ ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਜਿਨ੍ਹਾਂ ਦਾ ਗੇਟ ਕੁਆਲੀਫਾਈ ਹੈ, ਔਰ ਜਨਰਲ ਕੈਟੇਗਰੀ ਦੇ ਵਿੱਚ 26.6 26.6 ਮਾਰਕਸ ਹੈ ਜਿਹੜੇ ਸਕੋਰ ਹੈ ਉਹ ਗੇਟ ਦੇ ਵਿੱਚੋਂ ਨੇ। ਜਨਰਲ EWS ਐਕਸ ਸਰਵਿਸਮੈਨ VC ਕੈਟੇਗਰੀ ਸਪੋਰਟਸ ਫਰੀडम ਫਾਈਟਰ ਔਰ SC ਕੈਟੇਗਰੀ ਫਰੀडम ਫਾਈਟਰ ਇਹਦੇ ਲਈ 23.9 ਮਾਰਕਸ ਆ ਜਿਹੜੇ ਹੋਣੇ ਚਾਹੀਦੇ। SC ਅਤੇ PWD ਕੈਟੇਗਰੀ ਦੇ ਲਈ 17.7 ਮਾਰਕਸ ਜਿਹੜੇ ਸਕੋਰ ਹੈ ਗੇਟ 2023 ਦੇ ਵਿੱਚ ਹੋਣੇ ਚਾਹੀਦੇ ਆ। ਸੋ ਸਭ ਤੋਂ ਪਹਿਲੀ ਕੰਡੀਸ਼ਨ ਇਹੀ ਹੈ ਕਿ ਤੁਹਾਡੀ ਜਿਹੜੀ ਰਿਕਰੂਟਮੈਂਟ ਆ ਉਹ ਗੇਟ ਬੇਸਡ ਹੋਣੀ ਹੈ। ਸੋ ਗੇਟ ਦੇ ਵਿੱਚੋਂ ਇੰਨੇ ਮਿਨੀਮਮ ਮਾਰਕਸ ਆ ਜਿਹੜੇ ਤੁਹਾਡੇ ਹੋਣੇ ਚਾਹੀਦੇ ਤਾਂ ਤੁਸੀਂ ਅਪਲਾਈ ਕਰਨ ਦੇ ਯੋਗ ਹੋ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਅਕਾਦਮਿਕ ਯੋਗਤਾ ਹੈ ਜਿਹੜੀ ਉਹ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਦੇ ਲਈ ਫੁੱਲ ਟਾਈਮ ਰੈਗੂਲਰ BE BTech BSc ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ with a minimum of 60% marks or equivalent degree in respective discipline recognized by AICT, ਜਾਂ ਤੁਸੀਂ AMI ਕੀਤੀ ਹੋਵੇ ਇਲੈਕਟ੍ਰੀਕਲ ਦੇ ਵਿੱਚ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ 60% ਮਾਰਕਸ ਦੇ ਨਾਲ ਇੰਸਟੀਟਿਊਸ਼ਨ ਆਫ ਇੰਜੀਨੀਅਰਸ ਇੰਡੀਆ ਕਲਕੱਤਾ ਤੋਂ। ਸੋ ਅਸਿਸਟੈਂਟ ਇੰਜੀਨੀਅਰ OT ਸਿਵਲ ਦੇ ਲਈ ਵੀ ਫੁੱਲ ਟਾਈਮ ਰੈਗੂਲਰ BE BTech ਜਾਂ BSc ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ 60% ਮਾਰਕਸ ਦੇ ਨਾਲ, ਜਾਂ ਇਹਦੇ ਕੋਈ ਇਕੁਇਲੈਂਟ ਡਿਗਰੀ ਜਿਹੜੀ AICT ਤੋਂ ਰਿਕੋਗਨਾਈਜ਼ਡ ਹੋਵੇ, ਜਾਂ AMI ਸਿਵਲ ਇੰਜੀਨੀਅਰਿੰਗ ਦੇ ਵਿੱਚ 60% ਮਾਰਕਸ ਦੇ ਨਾਲ ਇੰਸਟੀਟਿਊਸ਼ਨ ਆਫ ਇੰਜੀਨੀਅਰਸ ਕਲਕੱਤਾ ਤੋਂ ਤੁਸੀਂ ਪਾਸ ਕੀਤੀ ਹੋਵੇ। ਇਸ ਤੋਂ ਬਾਅਦ ਪੰਜਾਬੀ ਦੀ ਨੌਲੇਜ ਦੀ ਗੱਲ ਕਰੀਏ ਜਾਂ ਕੁਆਲੀਫਿਕੇਸ਼ਨ ਜਿਹੜੀ ਪੰਜਾਬੀ ਦੀ ਹੈ ਉਹ ਘੱਟੋ ਘੱਟ ਮੈਟ੍ਰਿਕ ਪੱਧਰ ਦੀ ਪੰਜਾਬੀ ਹੈ ਜਿਹੜੀ ਦੋਨੋਂ ਪੋਸਟਾਂ ਦੇ ਲਈ ਜ਼ਰੂਰੀ ਹੈ। ਸੋ ਕੁਆਲੀਫਿਕੇਸ਼ਨ ਆਫ ਪੰਜਾਬੀ ਇਜ਼ ਐਸੈਂਸ਼ੀਅਲ ਫॉर ਆਲ ਪੋਸਟ। For this purpose, all the candidates must have passed Punjabi of at least matriculation or its equivalent level up to the last date of submission of an online application। means ਤੁਸੀਂ ਆਨਲਾਈਨ ਐਪਲੀਕੇਸ਼ਨ ਕਰਵਾਉਣ ਦੀ ਜਿਹੜੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਆ ਉਦੋਂ ਤੱਕ ਤੁਸੀਂ ਮੈਟ੍ਰਿਕੂਲੇਸ਼ਨ ਲੈਵਲ ਦੀ ਪੰਜਾਬੀ ਸਬਜੈਕਟ ਦੇ ਵਿੱਚੋਂ ਜਿਹੜਾ ਪਾਸ ਕੀਤਾ ਹੋਵੇ ਵਿਸ਼ਾ ਪੰਜਾਬੀ ਦਾ। ਇਹ ਪੰਜਾਬੀ ਦੀ ਨੌਲੇਜ ਦੇ ਬਾਰੇ ਵੀ ਇਹ ਤੁਹਾਨੂੰ ਜ਼ਰੂਰੀ ਹੈ। ਉਮਰ ਹੱਦ ਦੀ ਗੱਲ ਕਰੀਏ ਜਾਂ ਉਮਰ ਛੋਟ ਦੀ ਗੱਲ ਕਰੀਏ ਤਾਂ ਮਿਨੀਮਮ 18 ਅਤੇ ਮੈਕਸੀਮਮ 37 ਸਾਲ ਹੈ ਜਿਹੜੀ ਐਜ਼ ਪਰ ਪੰਜਾਬ ਗੌਰਮੈਂਟ ਨੋਟੀਫਿਕੇਸ਼ਨ ਨੰਬਰ ਦੇ 24/5/2010 ਨੂੰ ਜਿਹੜਾ ਨੋਟੀਫਿਕੇਸ਼ਨ ਇਹ ਜਾਰੀ ਕੀਤਾ ਗਿਆ ਤਾਂ 18 ਸਾਲ ਘੱਟੋ ਘੱਟ ਉਮਰ ਔਰ 37 ਸਾਲ ਜਿਹੜੀ ਹੈ ਮੈਕਸੀਮਮ ਏਜ ਹੈ ਜਿਹੜੀ ਵੱਧ ਤੋਂ ਵੱਧ ਉਮਰ ਉਹ ਲਾਗੂ ਹੋਵੇਗੀ।
ਇਸ ਤੋਂ ਬਾਅਦ ਰਿਲੈਕਸੇਸ਼ਨ ਦੀ ਗੱਲ ਕਰੀਏ ਤਾਂ ਜੋ ਵੀ ਪੰਜਾਬ ਸਰਕਾਰ ਦੇ ਜਾਂ PSPCL ਦੇ ਜਿਹੜੇ ਰੂਲਸ ਨੇ ਜਾਂ ਜੋ ਵੀ ਇੰਸਟਰਕਸ਼ਨਸ ਨੇ, ਹਦਾਇਤਾਂ ਨੇ, ਉਹਨਾਂ ਦੇ ਮੁਤਾਬਕ ਜਿਹੜੀ ਉਮਰ ਦੇ ਵਿੱਚ ਛੋਟ ਆ ਉਹ ਲਾਗੂ ਹੋਵੇਗੀ। SC ਐਂਡ ਬੈਕਵਰਡ ਕਲਾਸ ਦੇ ਲਈ 5 ਇਅਰਸ ਓਵਰ ਐਂਡ ਅਬਵ ਦਾ ਨਾਰਮਲ ਮੈਕਸਿਮਮ ਰਿਕਰੂਟਮੈਂਟ ਏਜ 5 ਸਾਲ ਤੱਕ ਦੀ ਛੋਟ ਹੈ ਉੱਪਰਲੀ ਹੱਦ ਤੋਂ। ਐਕਸ ਸਰਵਿਸਮੈਨ ਸੈਲਫ ਦੇ ਲਈ ਐਕਸ ਸਰਵਿਸਮੈਨ ਆਫ ਪੰਜਾਬ ਡੋਮਿਸਾਈਲ ਸ਼ੈਲ ਬੀ ਅਲਾਉਡ ਟੂ deduct the period of his service in the armed forces and union from his actual age, and if the resultant age does not exceed the maximum age limit prescribed for direct appointment to such a vacancy in the service rules concerned by more than 3 years, he shall be deemed to satisfy the condition of regarding age limit। physically handicapped ਦੇ ਲਈ 10 years ਜਿਹੜੀ ਉਮਰ ਹੱਦ ਹੈ ਉਹ ਛੋਟ ਹੈ ਉੱਪਰਲੀ ਉਮਰ ਸੀਮਾ ਤੋਂ। ਦੂਸਰੀ ਕੈਟੇਗਰੀ ਅਗਲੀ ਗੱਲ ਕਰੀਏ, ਇਨ ਕੇਸ ਆਫ ਫੋਲਿੰਗ ਦਾ ਅਪਰ ਏਜ ਲਿਮਿਟ ਸ਼ੈਲ ਵੀ 40 ਈਅਰਸ 40 ਸਾਲ ਤੱਕ ਦੀ ਏਜ ਹੈ ਜਿਹੜੀ ਉਹ ਲਿਮਿਟ ਰੱਖੀ ਗਈ ਹੈ। ਵਿਡੋ ਕੈਟੇਗਰੀ ਦੇ ਲਈ ਵੂਮੈਨ ਹੂ ਆਰ ਲੀਗਲੀ ਸੈਪਰੇਟਡ ਫਰੋਮ ਦੇਅਰ ਹਸਬੈਂਡਸ ਔਰ ਹੈਵ ਬੀਨ ਡਾਈਵੋਰਸਡ, ਜਿਹੜੀਆਂ ਵੂਮੈਨ ਡਾਈਵੋਰਸਡ ਨੇ ਜਾਂ ਲੀਗਲੀ ਸੈਪਰੇਟ ਨੇ ਆਪਣੇ ਹਸਬੈਂਡਸ ਤੋਂ, ਜਾਂ ਵਿਧਵਾ ਔਰਤਾਂ ਨੇ, ਜਾਂ ਥਰਡ ਕੈਟੇਗਰੀ ਆ ਵੂਮੈਨ ਹੂਜ਼ ਹਸਬੈਂਡਸ ਹੈਵ ਬੀਨ ਆਰਡਰਡ ਬਾਈ ਸਿਵਲ ਔਰ ਕ੍ਰਿਮੀਨਲ ਕੋਰਟ ਟੂ ਪੇ ਮੇਨਟੇਨੈਂਸ ਟੂ ਦੈਮ, ਜਿਨ੍ਹਾਂ ਨੂੰ ਗੁਜ਼ਾਰਾ ਭੱਤਾ ਜਿਹੜਾ ਸਿਵਲ ਜਾਂ ਕ੍ਰਿਮੀਨਲ ਕੋਰਟ ਵੱਲੋਂ ਆਰਡਰ ਕੀਤਾ ਗਿਆ ਉਹਨਾਂ ਦੇ ਹਸਬੈਂਡਸ ਵੱਲੋਂ ਵੂਮੈਨਸ ਨੂੰ ਮਿਲ ਰਿਹਾ। ਚੌਥੀ ਕੈਟੇਗਰੀ ਆ ਵੂਮੈਨ who have because of their desertion been living separately from their husbands for more than 2 years 2 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਆਪਣੇ ਹਸਬੈਂਡਸ ਤੋਂ ਜਿਹੜੇ ਹੈ ਸੈਪਰੇਟ ਰਹਿ ਰਹੀਆਂ ਨੇ। ਵੂਮੈਨ ਹੂਜ਼ ਹਸਬੈਂਡਸ ਹੈਵ ਰੀਮੈਰਿਡ, ਜਿਨ੍ਹਾਂ ਦੇ ਹਸਬੈਂਡਸ ਨੇ ਰੀਮੈਰਿਜ ਕਰਵਾ ਲਈ ਹੈ। ਜਾਂ 6th ਕੈਟੇਗਰੀ ਆ ਵਾਈਵਸ ਆਫ ਦਾ ਸਰਵਿੰਗ ਮਿਲਟਰੀ ਪਰਸਨਲ ਐਂਡ ਵਾਈਵਸ ਆਫ ਦੋਜ਼ ਹੂ ਆਰ ਡਿਸੇਬਲਡ ਵਾਈਲ ਇਨ ਮਿਲਟਰੀ ਸਰਵਿਸ, ਜਦੋਂ ਮਿਲਟਰੀ ਸਰਵਿਸ ਕਰ ਰਹੇ ਸੀ ਉਦੋਂ ਡਿਸੇਬਲਡ ਹੋ ਗਏ। ਕੌਣ ਸਰਵਿਸ ਦੇ ਦੌਰਾਨ ਜਿਹੜੇ ਡਿਸੇਬਲ ਹੋ ਗਏ, ਅਯੋਗ ਹੋ ਗਏ, ਜਾਂ ਜਿਨ੍ਹਾਂ ਦੀ ਜਿਹੜੀ ਮਿਲਟਰੀ ਪਰਸੋਨਲ ਦੇ ਵਿੱਚ ਸਰਵਿਸ ਕਰ ਰਹੇ ਨੇ ਇੰਪਲਾਈਜ਼, ਉਹਨਾਂ ਦੀਆਂ ਵਾਈਵਸ ਦੇ ਲਈ, ਜਾਂ ਉਹਨਾਂ ਦੇ ਜਿਹੜੇ ਅਯੋਗ ਹੋ ਗਏ ਹਸਬੈਂਡਸ ਉਹਨਾਂ ਦੀਆਂ ਵਾਈਵਸ ਦੇ ਲਈ, ਉਹਨਾਂ ਦੇ ਲਈ ਜਿਹੜੀ 40 ਸਾਲ ਉਮਰ ਹੱਦ ਹੈ। ਉਸ ਤੋਂ ਬਾਅਦ ਅਗਲੀ ਕੈਟੇਗਰੀ ਹੈ ਜਿਹੜੇ ਇੰਪਲਾਈਜ਼ PSPCL ਜਾਂ PSTCL ਜਾਂ ਪੰਜਾਬ ਗੌਰਮੈਂਟ ਦੇ ਵਿੱਚ ਆਲਰੇਡੀ ਸਰਵਿਸ ਦੇ ਵਿੱਚ ਨੇ, ਉਹਨਾਂ ਨੂੰ ਟੂ ਦਾ ਐਕਸਟੈਂਟ ਆਫ ਸਰਵਿਸ ਰੈਂਡਰਡ ਇਨ PSPCL ਔਰ ਐਲਸ ਐਸਟਵਾਈਲ PSCB PSTCL ਪੰਜਾਬ ਗੌਰਮੈਂਟ, ਉਸ ਐਕਸਟੈਂਟ ਤੱਕ ਜਦੋਂ ਤੱਕ ਜਿਹੜੀ ਹੈ ਟੂ ਦਾ ਐਕਸਟੈਂਟ ਆਫ ਸਰਵਿਸ ਰੈਂਡਰਡ ਇਨ PSPCL, ਜਦੋਂ ਤੱਕ PSPCL ਦੇ ਵਿੱਚ ਸਰਵਿਸ ਕੀਤੀ ਹੈ, ਇਹ ਹੈ ਉਹਨਾਂ ਦੀ ਉਮਰ ਛੋਟ। ਰਾਖਵਾਂਕਰਨ ਦੀ ਗੱਲ ਕਰੀਏ ਤਾਂ ਜਿਹੜੀ ਰਿਜ਼ਰਵੇਸ਼ਨ ਹੈ ਸਾਰੀਆਂ ਪੋਸਟਾਂ ਦੇ ਵਿੱਚ ਇਹਨਾਂ ਦੇ ਵਿੱਚ ਉਹ ਐਜ਼ ਪਰ ਜਿਹੜੀ ਪੰਜਾਬ ਡੋਮਿਸਾਈਲ ਜਿਹੜੇ ਹੋਣਗੇ ਕੈਂਡੀਡੇਟ ਉਹਨਾਂ ਦੇ ਲਈ ਲਾਗੂ ਹੋਵੇਗੀ। ਪੰਜਾਬ ਡੋਮਿਸਾਈਲ ਸਰਟੀਫਿਕੇਟ ਹੈ ਜਿਹੜਾ ਉਹਨਾਂ ਲਈ ਕੰਪਲਸਰੀ ਹੈ। ਪੰਜਾਬ ਦੇ ਵਸਨੀਕ ਜਿਹੜਾ ਰਿਜ਼ਰਵੇਸ਼ਨ ਦਾ ਐਡਵਾਂਟੇਜ ਹੈ ਬੈਨੀਫਿਟ ਉਹ ਲੈ ਸਕਦੇ ਆ। ਆਲ ਰਿਜ਼ਰਵਡ ਕੈਟੇਗਰੀ ਕੈਂਡੀਡੇਟਸ ਆਰ ਰਿਕੁਆਇਰਡ ਟੂ ਪ੍ਰੋਡਿਊਸ ਪੰਜਾਬ ਡੋਮਿਸਾਈਲ ਡਿਊਰਿੰਗ ਡਾਕੂਮੈਂਟ ਚੈਕਿੰਗ, ਜਦੋਂ ਡਾਕੂਮੈਂਟ ਚੈਕਿੰਗ ਹੋਣੀ ਹੈ ਤਾਂ ਸਾਰੇ ਜਿਹੜੇ ਰਿਜ਼ਰਵ ਕੈਟੇਗਰੀ ਦੇ ਵਿੱਚ ਅਪਲਾਈ ਕਰਨ ਵਾਲੇ ਕੈਂਡੀਡੇਟ ਆ ਉਹਨਾਂ ਨੂੰ ਪੰਜਾਬ ਡੋਮਿਸਾਈਲ ਜਿਹੜਾ ਸਰਟੀਫਿਕੇਟ ਹੈ ਪੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਡਿਟੇਲ ਦੇ ਵਿੱਚ ਜਿਹੜੇ ਰਾਖਵਾਂਕਰਨ ਦੇ ਨਾਲ ਸੰਬੰਧਿਤ ਲੈਟਰਸ ਨੇ ਔਰ ਵੱਖ-ਵੱਖ ਕੈਟੇਗਰੀ ਦੇ ਰਿਜ਼ਰਵੇਸ਼ਨ ਜਾਂ ਰਾਖਵਾਂਕਰਨ ਦੀ ਡਿਟੇਲ ਆ ਉਹ ਤੁਸੀਂ ਜਿਹੜੀ ਡਿਟੇਲਡ ਐਡਵਰਟਾਈਜ਼ਮੈਂਟ ਆ ਉਹਦੇ ਵਿੱਚੋਂ ਚੈੱਕ ਕਰ ਸਕਦੇ ਹੋ ਲਿੰਕ ਤੋਂ ਕਲਿੱਕ ਕਰਕੇ। ਚੋਣ ਵਿਧੀ ਤੁਹਾਡੀ ਕੀ ਹੈ, ਕਿਸ ਤਰ੍ਹਾਂ ਤੁਹਾਡੀ ਸਿਲੈਕਸ਼ਨ ਹੋਣੀ ਹੈ, ਸੋ ਇਹ ਪਿਓਰਲੀ ਗੇਟ 2023 ਦਾ ਜਿਹੜਾ ਸਕੋਰ ਆ ਉਹਦੇ ਮੈਰਿਟ ਦੇ ਬੇਸ 'ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ। ਐਲੀਜੀਬਲ ਕੈਂਡੀਡੇਟਸ ਜਿਹੜੇ ਹੋਣਗੇ ਅਪਲਾਈ ਤੁਹਾਡੇ ਕਰਨ ਤੋਂ ਬਾਅਦ ਜਿਨ੍ਹਾਂ ਦੇ ਡਾਕੂਮੈਂਟਸ ਵਗੈਰਾ ਚੈੱਕ ਹੋਣੇ ਉਹਨਾਂ ਨੂੰ ਈਮੇਲ ID ਜਿਹੜੀ ਰਜਿਸਟਰਡ ਈਮੇਲ ID ਆ ਉਹਦੇ ਰਾਹੀਂ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਡੇਟ ਕਦੋਂ ਤੁਹਾਡੇ ਡਾਕੂਮੈਂਟ ਚੈੱਕ ਹੋਣੇ ਆ। ਔਰ ਇੱਥੇ ਤੁਸੀਂ ਨੋਟ ਕਰ ਲੈਣਾ ਸਾਰੇ ਕੈਂਡੀਡੇਟਸ ਨੇ ਕਿ ਸਿਰਫ ਤੁਹਾਨੂੰ ਡਾਕੂਮੈਂਟਸ ਚੈਕਿੰਗ ਦੇ ਲਈ ਬੁਲਾਇਆ ਜਾਣਾ ਤੁਹਾਡੀ ਅਪੋਇੰਟਮੈਂਟ ਨੂੰ ਕਨਫਰਮ ਨਹੀਂ ਕਰਦਾ ਜਾਂ ਤੁਹਾਡੀ ਸਿਲੈਕਸ਼ਨ ਨੂੰ ਕਨਫਰਮ ਨਹੀਂ ਕਰਦਾ। ਜੇ ਤੁਹਾਡੇ ਡਾਕੂਮੈਂਟ ਚੈਕਿੰਗ ਦੇ ਵਿੱਚ ਸਕਸੈਸਫੁਲੀ ਤੁਸੀਂ ਕਲੀਅਰ ਕਰ ਜਾਣੇ, ਤੁਹਾਡੇ ਡਾਕੂਮੈਂਟਸ ਪੂਰੇ ਪਾਏ ਜਾਂਦੇ ਨੇ, ਤਾਂ ਤੁਸੀਂ ਅਗਲੇ ਪੜਾਅ ਲਈ ਐਲੀਜੀਬਲ ਹੋਵੋਗੇ। ਸੋ ਗੇਟ ਸਕੋਰ ਦੇ ਬੇਸ 'ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਇਹਦੇ 'ਚ AE ਦੀ ਪੋਸਟ ਦੇ ਲਈ ਹੋਣਾ ਹੈ। ਅਪਲਾਈ ਤੁਸੀਂ ਕਿਸ ਤਰ੍ਹਾਂ ਕਰਨਾ, ਕੀ ਮੈਥਡ ਹੈ, ਸਿਰਫ ਔਨਲਾਈਨ ਮੈਥਡ ਹੈ। PSPCL ਦੀ ਅਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ। ਔਨਲਾਈਨ ਅਪਲਾਈ ਕਰਨ ਦੇ ਲਈ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਗਿਆ। ਤੁਸੀਂ ਇੱਥੋਂ ਔਨਲਾਈਨ ਅਪਲਾਈ ਕਰ ਸਕਦੇ ਹੋ ਲਿੰਕ ਕਲਿੱਕ ਕਰਕੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ। ਕੋਈ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਤਰੀਕਾ ਹੈ ਅਪਲਾਈ ਕਰਨ ਦਾ ਜਾਂ ਹਾਰਡ ਕਾਪੀ ਜਾਂ ਬਾਏ ਪੋਸਟ ਫਾਰਮ ਭੇਜਣ ਦਾ ਉਹ ਅਸੈਪਟ ਨਹੀਂ ਕੀਤਾ ਜਾਏਗਾ, ਸਿਰਫ ਔਨਲਾਈਨ ਹੀ ਅਪਲਾਈ ਕਰਵਾਇਆ ਜਾਏਗਾ ਇਸ ਪੋਸਟ ਦੇ ਲਈ। ਜਿਹੜੀ ਨਾਨ ਰਿਫੰਡੇਬਲ ਫੀ ਹੈ, ਤੁਹਾਡੀ ਫੀਸ ਕਿੰਨੀ ਲੱਗਣੀ ਹੈ ਉਹ ਤੁਹਾਨੂੰ ਦੱਸ ਦਈਏ। ਆਲ ਕੈਟੇਗਰੀਜ਼ ਐਕਸੈਪਟ SC ਪਰਸਨ ਵਿਦ ਡਿਸੇਬਿਲਿਟੀ PWD ਜਾਂ SC ਕੈਟੇਗਰੀ ਤੋਂ ਇਲਾਵਾ ਬਾਕੀ ਜਿਹੜੀਆਂ ਸਾਰੀ ਕੈਟੇਗਰੀਜ਼ ਦੀਆਂ ਉਹਨਾਂ ਦੀ ਐਪਲੀਕੇਸ਼ਨ ਫੀਸ ਹੈ 1200 ਰੁਪਏ ਔਰ GST ਜਿਹੜਾ ਹੈ 18% ਰੇਟ ਦੇ ਨਾਲ 216 ਰੁਪਏ। ਤਾਂ ਟੋਟਲ ਤੁਹਾਡਾ 1416 ਹੈ ਜਿਹੜਾ ਉਹ 1416 ਪਲੱਸ ਬੈਂਕ ਚਾਰਜਸ ਜਿਹੜੇ ਹੋਣਗੇ ਔਨਲਾਈਨ ਤੁਹਾਨੂੰ ਲਾਗੂ ਹੁੰਦੇ ਆ, ਉਹ ਜੇ ਕੋਈ ਲੱਗਦੇ ਆ ਤਾਂ
ਉਹ ਪਲੱਸ ਹੋਣਗੇ। SC ਕੈਟਾਗਰੀ ਜਾਂ PWD ਕੈਟਾਗਰੀ ਹੈ ਜਿਹੜੀ, ਇਹਨਾਂ ਦੇ ਲਈ ਜਿਹੜੀ ਫੀਸ ਹੈ ਇਹਦੀ ਨਾ ਮੋੜਨਯੋਗ ਫੀਸ ਹੈ, ਨਾਨ ਰਿਫੰਡੇਬਲ ਫੀਸ ਹੈ 750 ਰੁਪਏ ਪਰ ਐਪਲੀਕੇਸ਼ਨ ਹੈ ਔਰ 135 ਰੁਪਏ GST ਦਾ ਟੋਟਲ 885 ਰੁਪਏ ਪਲੱਸ ਬੈਂਕ ਚਾਰਜਸ ਜੇ ਕੋਈ ਲਾਗੂ ਹੁੰਦੇ। ਇਸ ਤੋਂ ਇਲਾਵਾ GST ਰੇਟ ਹੈ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਨੋਰਮਸ ਦੇ ਅਕੋਰਡਿੰਗਲੀ ਟਾਈਮ ਟੂ ਟਾਈਮ ਜੇ ਕੋਈ ਚੇਂਜ ਹੁੰਦੇ ਆ ਤਾਂ ਉਹਦੇ ਰੇਟ ਉਸ ਤਰ੍ਹਾਂ ਲੱਗਣੇ। ਸੋ ਇਹ ਨਾਨ ਰਿਫੰਡੇਬਲ ਫੀਸ ਹੈ, ਨਾ ਮੋੜਨਯੋਗ ਫੀਸ ਹੈ, ਵਾਪਸ ਨਹੀਂ ਹੋਏਗੀ। ਸੋ ਆਖਰੀ ਮਿਤੀ ਤੁਹਾਨੂੰ ਦੱਸਦੀ ਹੈ ਕਿ ਇਹਦੀ ਆਖਰੀ ਮਿਤੀ ਕੀ ਹੈ ਅਪਲਾਈ ਕਰਨ ਦੀ। ਇਹ ਫਾਰਮ ਹੈ ਜਿਹੜੇ 8 ਜੁਲਾਈ 2023 ਤੋਂ ਸਟਾਰਟ ਹੋਣੇ ਆ ਭਰਨੇ। ਆਨਲਾਈਨ ਅਪਲਾਈ ਕਰਨਾ 8 ਜੁਲਾਈ 2023 ਤੋਂ ਸ਼ੁਰੂ ਹੋਣਾ ਔਰ 27 ਜੁਲਾਈ 2023 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। 27 ਜੁਲਾਈ 2023 ਇਹਦੀ ਅਪਲਾਈ ਕਰਨ ਦੀ ਆਖਰੀ ਮਿਤੀ ਹੈ। ਹੈਲਪ ਡੈਸਕ ਦੀ ਗੱਲ ਕਰੀਏ ਤਾਂ ਸਿਰਫ ਆਨਲਾਈਨ ਅਰਜੀ ਤੁਸੀਂ ਅਪਲਾਈ ਕਰ ਰਹੇ ਹੋ ਜਦੋਂ ਉਸ ਦੇ ਨਾਲ ਸੰਬੰਧਿਤ ਕੋਈ ਪੁੱਛ-ਗਿੱਛ ਹੈ ਤੁਹਾਡੀ ਜਾਂ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਕੋਈ ਇਸ਼ੂ ਹੈ ਆਨਲਾਈਨ ਅਪਲਾਈ ਕਰਨ ਦੇ ਵਿੱਚ ਦਿੱਕਤ ਹੈ, ਸਿਰਫ ਇਸ ਤਰ੍ਹਾਂ ਦੀ ਪੁੱਛ-ਗਿੱਛ ਦੇ ਲਈ ਇਹ ਜਿਹੜੀ ਈਮੇਲ ਹੈ ਇਹ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ helpdesk-recruitment@pspcl.in। ਔਰ ਈਮੇਲ ਜਦੋਂ ਤੁਸੀਂ ਕਰਨਾ ਤਾਂ ਆਪਣਾ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਕਰਵਾਈ ਹੈ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਮੈਂਸ਼ਨ ਕਰਨਾ, ਜ਼ਰੂਰ ਦਰਸਾਉਣਾ ਤੁਹਾਡੀ ਈਮੇਲ ਦੇ ਵਿੱਚ। ਜਿਹੜੀ ਵੀ ਤੁਹਾਡੀ ਮੁਸ਼ਕਲ ਹੈ ਜਾਂ ਕੋਈ ਪੁੱਛ-ਗਿੱਛ ਹੈ ਤੁਸੀਂ ਈਮੇਲ ਜ਼ਰੀਏ ਕਰ ਸਕਦੇ ਹੋ PSPCL ਦੀ ਅਫੀਸ਼ੀਅਲ ਈਮੇਲ ID 'ਤੇ। ਔਰ ਮਹੱਤਵਪੂਰਨ ਨੋਟ ਤੁਹਾਡੇ ਲਈ ਹੈ ਕਿ ਹਰ ਤਰ੍ਹਾਂ ਦੀ ਤਾਜ਼ਾ ਅਤੇ ਨਵੀਂ ਜਾਣਕਾਰੀ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਲਈ ਜਾਂ ਇਹਨਾਂ ਸਪੈਸ਼ਲੀ ਇਹਨਾਂ ਪੋਸਟਾਂ ਦੇ ਹਰ ਤਰ੍ਹਾਂ ਦੀ ਅਪਡੇਟ ਦੇ ਲਈ PSPCL ਦੀ ਦਫ਼ਤਰੀ ਵੈਬਸਾਈਟ ਹੈ, ਅਫੀਸ਼ੀਅਲ ਵੈਬਸਾਈਟ, ਉਹਦੇ 'ਤੇ ਤੁਸੀਂ ਰੈਗੂਲਰਲੀ ਵਿਜ਼ਿਟ ਕਰਦੇ ਰਹਿਣਾ ਅਤੇ ਤੁਸੀਂ ਆਪਣੀ ਈਮੇਲ ਜਿਹੜੀ ਦਿੱਤੀ ਹੈ ਰਜਿਸਟ੍ਰੇਸ਼ਨ ਕਰਦੇ ਸਮੇਂ ਅਫੀਸ਼ੀਅਲ ਜਿਹੜਾ ਫਾਰਮ ਤੁਸੀਂ ਭਰਿਆ PSPCL ਦਾ AE ਦੀ ਪੋਸਟ ਦੇ ਲਈ, ਜਿਹੜੀ ਤੁਸੀਂ ਆਪਣੀ ਪਰਸਨਲ ਈਮੇਲ ID ਦਿੱਤੀ ਹੈ ਉਹਦੇ ਤੁਸੀਂ ਟਾਈਮ ਟੂ ਟਾਈਮ ਵਿਜ਼ਿਟ ਕਰਦੇ ਰਹਿਣਾ ਸੋ ਦੈਟ ਜਦੋਂ ਤੁਹਾਨੂੰ ਕਾਲ ਆਵੇ, ਤੁਹਾਨੂੰ ਮੇਲ ਆਵੇ, ਡਾਕੂਮੈਂਟ ਚੈਕਿੰਗ ਦੇ ਲਈ ਤੁਸੀਂ ਮਿਸ ਨਾ ਕਰੋ, ਆਪਣੇ ਸ਼ਡਿਊਲ ਮੁਤਾਬਕ ਡਾਕੂਮੈਂਟਸ ਚੈੱਕ ਕਰਵਾ ਸਕੋ ਜਦ ਜੇਕਰ ਤੁਸੀਂ ਐਲੀਜੀਬਲ ਪਾਏ ਜਾਂਦੇ ਹੋ। ਸੋ ਵੈਬਸਾਈਟ ਹੈ ਜਿਹੜੀ ਅਫੀਸ਼ੀਅਲ PSPCL ਦੀ, ਉਹ ਵੀ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ। ਇਹਦੇ ਨਾਲ ਹੀ ਸਮੂਹ ਕੈਂਡੀਡੇਟਸ ਜਿਹੜੇ ਅਪਲਾਈ ਕਰ ਰਹੇ ਆ AE ਸਿਵਲ ਔਰ AE ਇਲੈਕਟ੍ਰੀਕਲ ਦੀ ਪੋਸਟ ਦੇ ਲਈ, ਸਾਰਿਆਂ ਦੇ ਲਈ ਬੈਸਟ ਵਿਸ਼ੇਜ਼, ਗੁੱਡ ਲੱਕ ਸਟੱਡੀਸ਼ਿਪ YouTube ਚੈਨਲ ਦੇ ਵੱਲੋਂ। ਔਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਜੁੜੇ ਰਹੋ ਇਸ ਚੈਨਲ ਦੇ ਨਾਲ। ਥੈਂਕ ਯੂ, ਗੁੱਡ ਲੱਕ ਅਗੇਨ।